ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਟੂਡੈਂਟਸ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ MOP ਦਾ ਫਸਟ ਚੈਪਟਰ ਕਰ ਰਹੇ ਹਾਂ, ਦ ਮਾਡਰਨ ਆਫਿਸ, ਅਤੇ ਉਹਦੇ ਵਿੱਚ ਆਪਾਂ ਕਰੈਕਟਰਿਸਟਿਕਸ ਕਰਨੇ ਸੀ। ਨੈਕਸਟ ਟੌਪਿਕ ਜਿਵੇਂ ਕਿ ਮੈਂ ਤੁਹਾਨੂੰ ਟੌਪਿਕ ਪਾਇਆ ਸੀ ਕਰੈਕਟਰਿਸਟਿਕਸ ਦਾ, ਬਟ ਤੁਸੀਂ ਸਾਰੇ ਕਹਿ ਰਹੇ ਹੋ ਕਿ ਤੁਹਾਨੂੰ ਸਮਝ ਨਹੀਂ ਆਈ। ਸੋ ਦੈਟਸ ਮੈਂ ਤੁਹਾਨੂੰ ਇਹਦਾ ਕਰਕੇ ਮੈਂ ਤੁਹਾਨੂੰ ਹੁਣ ਦੁਬਾਰਾ ਉਹ ਟੌਪਿਕ ਕਰਵਾ ਰਹੀ ਹਾਂ, ਵਟ ਆਰ ਦ ਕਰੈਕਟਰਿਸਟਿਕਸ, ਨੇਚਰਸ ਜਾਂ ਫੀਚਰਸ ਆਫ ਐਨ ਆਫਿਸ। ਬੱਚੇ ਕਰੈਕਟਰਿਸਟਿਕਸ ਦਾ ਮਤਲਬ ਹੁੰਦਾ ਕਿ ਕਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਬਿਜ਼ਨਸ ਦੇ ਵਿੱਚ ਕਿ ਜਿਹਦੇ ਨਾਲ ਇੱਕ ਬਿਜ਼ਨਸ ਐਪ ਵਧੀਆ ਲੱਗਦਾ ਹੈ। ਠੀਕ ਹੈ, ਕਿ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ, ਜਿੱਦਾਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਆਫਿਸ ਦੀਆਂ। ਠੀਕ ਹੈ, ਫਸਟ ਆਫ ਆਲ ਉਹ ਕੀ ਕਹਿ ਰਿਹਾ, ਮੈਨੇਜਮੈਂਟ ਆਫ ਇਨਫੋਰਮੇਸ਼ਨ। ਕਹਿੰਦਾ ਕਿ ਮੈਨੇਜਮੈਂਟ ਆਫ ਇਨਫੋਰਮੇਸ਼ਨ ਦਾ ਮਤਲਬ ਹੈ ਕਿ ਐਨ ਆਫਿਸ ਡੀਲਸ ਵਿਦ ਡਾਟਾ ਐਂਡ ਇਨਫੋਰਮੇਸ਼ਨ। ਕਹਿੰਦਾ ਕਿ ਆਫਿਸ ਇਕੱਲਾ, ਤੁਹਾਨੂੰ ਵੀ ਪਤਾ ਹੈ ਕਿ ਡਾਟਾ ਅਤੇ ਇਨਫੋਰਮੇਸ਼ਨ ਦੇ ਨਾਲ ਡੀਲ ਕਰਦਾ। ਇਨਫੋਰਮੇਸ਼ਨ ਇਨ ਦਾ ਸੈਂਸ ਕਿ ਤੁਹਾਡਾ ਸਾਰਾ ਡਾਟਾ ਕਿੱਥੇ ਪਿਆ ਹੁੰਦਾ, ਆਫਿਸ ਦੇ ਵਿੱਚ ਪਿਆ ਹੁੰਦਾ। ਕਿ ਜਦੋਂ ਤੁਸੀਂ ਕੋਈ ਵੀ ਰਜਿਸਟ੍ਰੇਸ਼ਨ ਕਰਵਾਉਣੀ ਉਹ ਕਿੱਥੇ ਪਈ ਹੁੰਦੀ ਹੈ, ਜੇ ਐਡਮਿਸ਼ਨ ਕਰਵਾਉਣੀ ਉਹ ਕਿੱਥੇ ਪਈ ਹੁੰਦੀ ਹੈ, ਆਫਿਸ ਦੇ ਵਿੱਚ। Its job is not only to collect and maintain data but also to circulate the same at different levels in the related department of the organization so as to harmonize the efforts of this department। ਕਹਿੰਦੇ ਕਿ ਆਫਿਸ ਦਾ ਇਕੱਲਾ ਮਤਲਬ ਇਹ ਨਹੀਂ ਕਿ ਡਾਟਾ ਕਲੈਕਟ ਕਰਕੇ ਰੱਖ ਲਿਆ, ਜਿੰਨਾ ਚਿਰ ਤੱਕ ਆਫਿਸ ਵੱਖ-ਵੱਖ ਡਿਪਾਰਟਮੈਂਟਸ 'ਚੋਂ ਡਾਟਾ ਨਹੀਂ ਭੇਜੂਗਾ। ਫੋਰ ਐਗਜ਼ਾਮਪਲ ਕਿ ਜਿੱਦਾਂ ਬੱਚਿਆਂ ਦੀ ਨਾਨ ਮੈਡੀਕਲ 'ਚ, ਮੈਡੀਕਲ 'ਚ ਐਂਡ ਕਮਰਸ 'ਚ ਐਡਮਿਸ਼ਨ ਹੋਈ ਹੈ, ਨਿਊ ਐਡਮਿਸ਼ਨਸ ਹੋਈ ਆ, ਤਾਂ ਹੁਣ ਇਹ ਥੋੜ੍ਹੀ ਹੈ ਕਿ ਆਫਿਸ ਵਾਲੇ ਡਾਟਾ ਹੀ ਨਹੀਂ ਸਾਨੂੰ ਭੇਜਣਗੇ। ਆਫਿਸ ਵਾਲੇ ਇਹ ਥੋੜ੍ਹੀ ਹੈ ਕਿ ਮੈਡੀਕਲ ਵਾਲੇ ਕਮਰਸ 'ਚ ਬੈਠੇ ਆ, ਆਫਿਸ ਵਾਲਿਆਂ ਨੇ ਡਾਟਾ ਭੇਜਣਾ ਵਾ ਕਿ ਕਿਹੜੇ ਬੱਚੇ ਕਮਰਸ ਵਾਲੇ ਆ। ਸੋ ਦੈਟ ਮੀਨਸ ਕਿ ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਡਾਟਾ ਸਰਕੂਲੇਟ ਹੁੰਦਾ। ਸਰਕੂਲੇਟ ਇਨ ਦਾ ਸੈਂਸ ਕਿ ਦੇਖੋ ਕਿ ਮੈਡੀਕਲ ਵਾਲਿਆਂ ਦਾ ਮੈਡੀਕਲ ਡਿਪਾਰਟਮੈਂਟ 'ਚ ਆਫਿਸ ਭੇਜੂਗਾ, ਐਂਡ ਨਾਨ ਮੈਡੀਕਲ ਵਾਲਿਆਂ ਦਾ ਨਾਨ ਮੈਡੀਕਲ ਦੇ ਵਿੱਚ ਡਾਟਾ ਭੇਜੂਗਾ, ਐਂਡ ਕਮਰਸ ਵਾਲਿਆਂ ਦਾ ਕਮਰਸ ਦੇ ਵਿੱਚ। ਠੀਕ ਹੈ, ਐਂਡ ਨੈਕਸਟ ਥਿੰਗ ਇਜ਼ ਦੈਟ ਦ ਡਿਪਾਰਟਮੈਂਟੇਸ਼ਨ। ਕਹਿੰਦੇ ਆ ਕਿ ਇਨ ਆਰਡਰ ਟੂ ਅਟੇਨ ਹਾਈ ਡਿਗਰੀ ਆਫ ਐਫੀਸ਼ੀਐਂਸੀ। ਕਹਿੰਦਾ ਕਿ ਜਦੋਂ ਤੁਹਾਨੂੰ ਵੱਧ ਤੋਂ ਵੱਧ ਐਫੀਸ਼ੀਐਂਸੀ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਘੱਟ ਕੋਸਟ ਦੇ ਕਿ ਐਫੀਸ਼ੀਐਂਸੀ ਦਾ ਮਤਲਬ ਹੁੰਦਾ ਕਿ ਤੁਸੀਂ ਕੰਮ ਤੇ ਕੰਪਲੀਟ ਕਰਨਾ ਹੀ ਕਰਨਾ, ਬਟ ਵਿਦ ਮਿਨੀਮਮ ਕਾਸਟ। ਮਿਨੀਮਮ ਕਾਸਟ ਦਾ ਮਤਲਬ ਇਹ ਹੁੰਦਾ ਕਿ ਉਹ ਕੰਮ ਉਹ ਕਰਨਾ ਵਾ ਟਾਈਮ 'ਤੇ ਜਿਹਦੇ ਨਾਲ ਤੁਹਾਨੂੰ ਘੱਟ ਲਾਗਤ ਆਵੇ। ਫੋਰ ਐਗਜ਼ਾਮਪਲ ਕਿ ਜੇ ਕੋਈ ਤੁਹਾਨੂੰ ਇੱਕ ਪ੍ਰੋਡਕਟ ਤੁਸੀਂ ਫੋਰ ਐਗਜ਼ਾਮਪਲ ਮੰਨੋ ਕਿ ਜੇ ਇੱਕ ਪ੍ਰੋਡਕਟ ਤੁਸੀਂ ਮਾਰਕੀਟ 'ਚ ਲੈਣ ਜਾਂਦੇ ਹੋ, ਤੁਹਾਨੂੰ 100 ਰੁਪਏ ਦਾ ਮਿਲਣ ਦਿਆ। ਠੀਕ ਹੈ, 100 ਰੁਪਏ ਦੀ ਫੋਰ ਐਗਜ਼ਾਮਪਲ ਟੀ ਸ਼ਰਟ ਹੀ ਆ। ਠੀਕ ਹੈ, ਟੀ ਸ਼ਰਟ ਆ ਜਿਹੜੀ ਤੁਹਾਨੂੰ 100 ਰੁਪਏ ਦੀ ਮਿਲਦੀ, ਐਂਡ ਇੱਕ ਦੁਕਾਨਦਾਰ ਤੁਹਾਨੂੰ 150 ਵਾਲੀ ਦੇਣ ਦਿਆ, 150 ਰੁਪਏ ਦੀ ਵੇਚਣ ਦਿਆ। ਤੁਸੀਂ ਕਿਹੜੀ ਵਾਲੀ ਬਾਏ ਕਰੋਗੇ? ਓਬਵੀਅਸਲੀ 100 ਵਾਲੀ ਬਾਏ ਕਰੋਗੇ ਨਾ। ਤਾਂ ਫੋਰ ਐਗਜ਼ਾਮਪਲ ਸੇਮ ਟੀ ਸ਼ਰਟ ਆ, ਜਾਂ ਤਾਂ ਉਹਦੇ ਵਿੱਚ ਕੋਈ ਕੁਆਲਿਟੀ ਡਿਫਰੈਂਸ ਹੋਵੇ, ਫਿਰ ਆਪਾਂ ਕਹਿ ਸਕਦੇ ਕਿ ਉਹਦੀ ਕੁਆਲਿਟੀ 'ਚ ਡਿਫਰੈਂਸ ਆ, ਬਟ ਬ੍ਰਾਂਡ ਵੀ ਸੇਮ ਆ, ਸਾਰਾ ਕੁਝ ਸੇਮ ਆ, ਅਤੇ ਬਟ ਜੇ ਪ੍ਰਾਈਸ 'ਚ ਡਿਫਰੈਂਸ ਆ, ਦੈਟ ਮੀਨਸ ਕਿ ਤੁਸੀਂ 100 ਵਾਲੀ ਬਾਏ ਕਰੋਗੇ। ਐਫੀਸ਼ੀਐਂਸੀ ਦਾ ਮਤਲਬ ਹੁੰਦਾ ਵਾ ਕਿ ਕੰਮ ਤਾਂ ਕਰਨਾ ਹੀ ਕਰਨਾ ਵਾ, ਬਟ ਕਰਨਾ ਕਿੱਦਾਂ ਵਾ, ਵਿਦ ਮਿਨੀਮਮ ਕੋਸਟ। ਠੀਕ ਹੈ, ਅਤੇ ਕਹਿੰਦੇ ਕਿ ਜਦੋਂ ਆਪਾਂ ਕੰਮ ਕਰਨਾ ਹੀ ਕਰਨਾ ਵਾ ਅਤੇ ਆਪਾਂ ਮਿਨੀਮਮ ਕੋਸਟ 'ਤੇ ਕਰਨਾ, ਅਤੇ ਇਹਦਾ ਮਤਲਬ ਕੰਮ ਟਾਈਮ 'ਤੇ ਹੋਵੇ, ਅਤੇ ਦੈਟ ਮੀਨਸ ਕਿ ਡਿਪਾਰਟਮੈਂਟੇਸ਼ਨ ਕਰ ਦੇਣੀ ਚਾਹੀਦੀ ਆ। ਡਿਪਾਰਟਮੈਂਟੇਸ਼ਨ ਦਾ ਮਤਲਬ ਕਿ ਵੱਖ-ਵੱਖ ਡਿਪਾਰਟਮੈਂਟਸ ਬਣਾ ਦੇਣੇ ਚਾਹੀਦੇ ਆ। ਜਿੱਦਾਂ ਹੁਣ ਦੇਖੋ ਤੁਹਾਡੇ ਸਕੂਲ ਦੇ ਵਿੱਚ 5th ਤੱਕ ਪ੍ਰਿੰਸੀਪਲ ਹੋਰ ਨੇ, ਹੈ ਨਾ, ਅਤੇ ਐਂਡ 6 to 12th ਹੋ ਰਿਹਾ, ਕਿਉਂਕਿ ਇੱਕੋ ਪ੍ਰਿੰਸੀਪਲ ਸਾਰਾ ਸਕੂਲ ਨਹੀਂ ਸੰਭਾਲ ਸਕਦਾ। ਠੀਕ ਹੈ ਨਾ, ਜਿੱਦਾਂ HM ਮੈਮ ਆ ਹੁਣ, ਠੀਕ ਹੈ, ਉਹ 5th ਤੱਕ ਸੰਭਾਲਦੇ ਨੇ, ਐਂਡ 12th ਤੱਕ ਕੌਣ ਸੰਭਾਲਦੇ ਨੇ? ਵਾਈਸ ਪ੍ਰਿੰਸੀਪਲ ਮੈਮ ਐਂਡ ਪ੍ਰਿੰਸੀਪਲਸ ਆਰ ਆਲ ਓਵਰ ਦੇਖਦੇ ਨੇ। ਠੀਕ ਹੈ, ਹੁਣ ਦੇਖੋ ਕਿ ਇਹਦਾ ਤੁਸੀਂ ਇੱਕ ਕਿ ਡਿਪਾਰਟਮੈਂਟੇਸ਼ਨ ਦਾ ਮਤਲਬ ਇਹ ਹੋਗਾ ਕਿ ਜੇ ਤਾਂ ਤੁਸੀਂ ਵਧੀਆ ਕੰਮ ਚਾਹੁੰਦੇ ਜੋ ਤਾਂ ਤੁਹਾਨੂੰ ਵੱਖ-ਵੱਖ ਡਿਪਾਰਟਮੈਂਟਸ ਬਣਾਉਣੇ ਪੈਣਗੇ, ਉਹਨਾਂ ਦਾ ਇੱਕ ਹੈੱਡ ਬਣਾਉਣਾ ਪਏਗਾ। ਫੋਰ ਐਗਜ਼ਾਮਪਲ ਇੱਕ ਕੰਪਨੀ ਆ ਜਿਹੜੀ ਕਿ ਪ੍ਰੋਡਕਸ਼ਨ ਵੀ ਕਰ ਰਹੀ ਹੈ, ਠੀਕ ਹੈ, ਤਾਂ ਉਹਨੇ ਕੀ ਕਰਨਾ ਵਾ, ਪ੍ਰੋਡਕਸ਼ਨ ਕਰਕੇ ਪ੍ਰੋਡਕਟ ਨੂੰ ਸੇਲ ਵੀ ਕਰਨਾ। ਇੱਕ ਕਿਹੜੀ ਹੋ ਗਈ? ਪ੍ਰੋਡਕਸ਼ਨ ਡਿਪਾਰਟਮੈਂਟ ਬਣਾ ਦੂਗੀ ਕੰਪਨੀ, ਐਂਡ ਦੂਜਾ ਕੌਣ ਬਣਾ ਦੂਗੀ? ਸੇਲਸ ਡਿਪਾਰਟਮੈਂਟ। ਬੱਚੇ ਪ੍ਰੋਡਕਸ਼ਨ ਡਿਪਾਰਟਮੈਂਟ ਦਾ ਵੱਖ ਮੈਨੇਜਰ ਬਣਾਊਗੀ, ਐਂਡ ਸੇਲਸ ਡਿਪਾਰਟਮੈਂਟ ਦਾ ਵੱਖ ਮੈਨੇਜਰ ਬਣਾਊਗੀ। ਫੋਰ ਐਗਜ਼ਾਮਪਲ ਜਿੱਦਾਂ ਤੁਹਾਡੇ ਸਕੂਲ ਦੇ ਵਿੱਚ ਹੀ ਆ, ਹਰ ਇੱਕ ਡਿਪਾਰਟਮੈਂਟ ਦਾ ਹੈੱਡ ਹੁੰਦਾ। ਡਿਪਾਰਟਮੈਂਟ ਦਾ ਹੈੱਡ ਇਨ ਦਾ ਸੈਂਸ ਹਿੰਦੀ ਦਾ ਹੈੱਡ ਇੱਕ ਆ, ਮੈਥਸ ਦਾ ਹੈੱਡ ਇੱਕ ਆ, ਕਾਮਰਸ ਵਾਲਿਆਂ ਦਾ ਹੈੱਡ ਇੱਕ ਆ। ਠੀਕ ਹੈ, ਐਂਡ ਉਹਨੂੰ ਰਿਪੋਰਟ ਕਰਨੀ ਹੁੰਦੀ ਸਾਰਿਆਂ ਨੇ। ਠੀਕ ਹੈ, ਸੋ ਹੈੱਡ ਹੋਏਗਾ ਅਤੇ ਹੈੱਡ ਨੂੰ ਸਾਰੀ ਇਨਫੋਰਮੇਸ਼ਨ ਹੋਊਗੀ ਕਿ ਮੇਰੇ ਸਬਜੈਕਟ ਦੇ ਵਿੱਚ ਟੀਚਰਸ ਕੀ ਕਰ ਰਹੇ ਨੇ। ਸੋ ਡਿਪਾਰਟਮੈਂਟੇਸ਼ਨ ਦੇ ਨਾਲ ਆਪਾਂ ਕੰਮ ਕਰ ਸਕਦੇ ਹਾਂ, ਬੈਟਰ ਕੰਮ ਕਰ ਸਕਦੇ, ਬਟ ਵਿਦ ਮਿਨੀਮਮ ਕੋਸਟ। ਠੀਕ, ਕਹਿੰਦੇ ਆਫਿਸ ਦੇ ਵਿੱਚ ਆਫਿਸ ਇਜ਼ ਆਈਡੈਂਟੀਫਾਈਡ ਥਰੂ ਇਟਸ ਟਾਸਕ। ਬੱਚੇ ਇੱਕ ਵਨ ਆਫ ਦੀ ਇੱਕ ਹੋਰ ਇਨਫੋਰਮੇਸ਼ਨ ਆ ਕਿ ਐਜ਼ ਅ ਟਰੀ ਇਜ਼ ਨੋਨ ਬਾਏ ਇਟਸ ਫਰੂਟ, ਸਿਮਿਲਰਲੀ ਆਫਿਸ ਇਜ਼ ਆਈਡੈਂਟੀਫਾਈਡ ਥਰੂ ਇਟਸ ਫੰਕਸ਼ਨਸ। ਕਹਿੰਦੇ ਕਿ ਟਰੀ ਆ ਜਿਹੜਾ ਕੋਈ ਦਰਖਤ ਆ, ਉਹ ਕਾਹਦੇ ਨਾਲ ਜਾਣਿਆ ਜਾਂਦਾ ਕਿ ਉਹਨੂੰ ਫਰੂਟਸ ਲੱਗਦੇ ਆ, ਅਤੇ ਇਸੇ ਤਰ੍ਹਾਂ ਆਫਿਸ ਕਾਹਦੇ ਨਾਲ ਜਾਣਿਆ ਜਾਂਦਾ ਕਿ ਉੱਥੇ ਕੰਮ ਹੁੰਦਾ ਹੈ। ਠੀਕ ਹੈ, ਸੋ ਕਹਿੰਦੇ ਕਿ ਆਫਿਸ ਦਾ ਮਤਲਬ ਹੀ ਹੈ ਕਿ ਕੰਮ ਕਰਨਾ। ਠੀਕ ਹੈ, ਆਫਿਸ ਕਹਿੰਦਾ ਕਿ ਆਫਿਸ ਇਜ਼ ਨੋ ਲੋਂਗਰ ਟੇਕਨ ਐਜ਼ ਏ ਪਲੇਸ। ਕਹਿੰਦਾ ਕਿ ਆਫਿਸ ਹੁਣ ਇਹ ਨਹੀਂ ਕਹਿ ਸਕਦਾ ਕਿ ਆਫਿਸ ਬਣਾਇਆ ਬਟ ਉੱਥੇ ਕੋਈ ਕੰਮ ਨਹੀਂ ਹੋ ਰਿਹਾ। ਜੇ ਕੰਮ ਨਹੀਂ ਹੋ ਰਿਹਾ, ਦੈਟ ਮੀਨਸ ਉਹਨੂੰ ਆਪਾਂ ਆਫਿਸ ਨਹੀਂ ਕਹਿ ਰਹੇ। ਠੀਕ ਹੈ, ਆਫਿਸ ਦਾ ਮਤਲਬ ਇਹ ਹੈ ਕਿ ਤੁਸੀਂ ਕੁਝ ਨਾ ਕੁਝ ਕਰ ਰਹੇ ਹੋ। ਫੋਰ ਐਗਜ਼ਾਮਪਲ ਡਾਕਟਰ ਦੀ ਦੁਕਾਨ 'ਤੇ ਜਾਂਦੇ ਜੋ, ਰਿਸੈਪਸ਼ਨਿਸਟ ਹੁੰਦੀ ਹੈ, ਰਿਸੈਪਸ਼ਨਿਸਟ ਤੁਹਾਡਾ ਲਿਖਦੀ ਹੈ ਨਾ ਕਿ ਕੀ ਤੁਸੀਂ ਕਿੱਥੋਂ ਆਏ ਜੋ, ਨਾਮ ਕੀ ਹੈ ਤੁਹਾਡਾ, ਤੁਹਾਨੂੰ ਕੀ ਪ੍ਰੋਬਲਮ ਆ, ਤੁਹਾਡੇ ਫਾਦਰ ਦਾ ਨੇਮ ਕੀ, ਦੈਟ ਮੀਨਸ ਕਿ ਉਹ ਕੰਮ ਕਰ ਰਹੀ ਆ ਕੋਈ ਨਾ ਕੋਈ। ਦੈਟ ਮੀਨਸ ਕਿ ਆਫਿਸ ਕਾਹਦੇ ਨਾਲ ਜਾਣਿਆ ਜਾਂਦਾ ਵਾ? ਥਰੂ ਇਟਸ ਟਾਸਕ। ਟਾਸਕ ਦਾ ਮਤਲਬ ਹੁੰਦਾ ਕੰਮ ਕਰਨਾ। ਠੀਕ ਹੈ, ਬੱਚੇ ਦੇਖੋ ਅਫੈਕਟਡ ਬਾਏ ਆਟੋਮੇਸ਼ਨ। ਆਟੋਮੇਸ਼ਨ ਦਾ ਮਤਲਬ ਹੁੰਦਾ ਵਾ ਕਿ ਹਰ ਇੱਕ ਚੀਜ਼ ਇਲੈਕਟ੍ਰੋਨਿਕਲੀ ਕਰਨੀ। ਇਲੈਕਟ੍ਰੋਨਿਕਲੀ ਦਾ ਮਤਲਬ ਹੁੰਦਾ ਕਿ ਹਰ ਇੱਕ ਚੀਜ਼
ਥਰੂ ਕੰਪਿਊਟਰਸ ਰਾਹੀਂ ਕਰਨਾ, ਠੀਕ ਹੈ, ਕਿ ਤੁਸੀਂ ਹੈਂਡ ਵਰਕ ਨਹੀਂ ਕਰਨਾ। ਕਾਹਦਾ ਕੰਮ ਕਰਨਾ ਹੈ ਕਿ ਇਲੈਕਟ੍ਰੋਨਿਕਲੀ ਸਾਰਾ ਕੁਝ ਕਰਨਾ। ਇਲੈਕਟ੍ਰੋਨਿਕਲੀ ਦਾ ਮਤਲਬ ਇਹ ਹੁੰਦਾ ਕਿ ਸਾਰਾ ਕੁਝ ਕੰਪਿਊਟਰਸ ਦੇ ਉੱਤੇ ਹੀ ਕਰਨਾ ਵਾ, ਡਾਟਾ ਸਾਰਾ ਫੀਡ ਕਿੱਥੇ ਹੋਊਗਾ, ਕੰਪਿਊਟਰਸ ਉੱਤੇ, ਠੀਕ ਹੈ। ਵਰਕਿੰਗ of the modern office is influenced by the technological revolution. Modern offices are making more and more use of mechanized systems like personal computers। ਹੁਣ ਵੇਖੋ ਆਫਿਸ ਦੇ ਵਿੱਚ ਕਹਿੰਦਾ ਕੰਪਿਊਟਰਸ ਹੋਣੇ ਜ਼ਰੂਰੀ ਆ। ਨੈਟਵਰਕਿੰਗ ਦੇ ਵਿੱਚ ਜਿੱਦਾਂ ਤੁਹਾਡਾ ਆ ਜਾਂਦਾ ਕਿ ਵਾਈਫਾਈ ਹੋਣਾ ਚਾਹੀਦਾ ਤੁਹਾਡੇ ਕੋਲ, ਇਲੈਕਟ੍ਰੋਨਿਕ ਮੇਲਸ, ਫੈਨ ਮਸ਼ੀਨਸ, ਮੋਬਾਈਲ, ਸੈਲੂਲਰ phones, duplicating machines, ठीक है, एक्सेट्रा। The recent trend in the modern office is to convert it into paperless offices। ਤੁਹਾਨੂੰ paperless ਦਾ ਪਤਾ ਨਾ ਕਿ paperless office ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਸੀ ਕਿ paperless ਦਾ ਮਤਲਬ ਹੁੰਦਾ ਕਿ ਪਹਿਲਾਂ ਡਾਟਾ ਸਾਰਾ ਕਿੱਥੇ ਕਲੈਕਟ ਹੁੰਦਾ ਸੀ ਰਜਿਸਟਰਸ ਉੱਤੇ, ਬਟ ਹੁਣ ਸਾਰਾ ਡਾਟਾ ਕਿੱਥੇ ਹੁੰਦਾ ਕੰਪਿਊਟਰਸ ਉੱਤੇ। ਦੈਟ ਮੀਨਸ ਪੇਪਰ ਯੂਜ਼ ਨਹੀਂ ਹੁੰਦਾ, ਸੋ ਪੇਪਰਲੈਸ ਆਫਿਸ ਹੋ ਗਿਆ। ਐਜ਼ ਈਚ ਇਨਫੋਰਮੇਸ਼ਨ ਐਂਡ ਡਾਟਾ ਇਜ਼ ਸਟੋਰਡ ਐਂਡ ਟਰਾਂਸਮਿਟਡ ਇਲੈਕਟ੍ਰੋਨਿਕਲੀ ਥਰੂ ਨੈਟਵਰਕ ਕੰਪਿਊਟਰ ਨੈਟਵਰਕਿੰਗ। ਤਾਂ ਕਹਿੰਦੇ ਕਿ ਸਾਰਾ ਡਾਟਾ ਇਲੈਕਟ੍ਰੋਨਿਕਸ ਦੇ ਵਿੱਚ ਹੀ ਇਨਕਲੂਡਡ ਮਤਲਬ ਕਿ ਸਾਰਾ ਡਾਟਾ ਸਟੋਰ ਹੀ ਕਾਹਦੇ ਵਿੱਚ ਕਰੀਦਾ ਆਪਾਂ ਕੰਪਿਊਟਰਸ ਦੇ ਵਿੱਚ। ਸੋ ਇਹ ਪੇਪਰਲੈਸ ਵਰਕ ਹੋ ਗਿਆ। ਆਫਿਸ ਹੁਣ ਜ਼ਿਆਦਾਤਰ ਉਹ ਨਹੀਂ ਕਰਦੇ ਕਿ ਸਾਰਾ ਕੰਮ ਲਿਖਣਾ, ਹੁਣ ਆਫਿਸ ਕਿੱਥੇ ਰੱਖਦਾ, ਸਟੋਰ ਕਰਕੇ ਰੱਖਦਾ ਇਨ ਕੰਪਿਊਟਰਸ ਜਾਂ ਮੋਬਾਈਲਸ ਦੇ ਵਿੱਚ, ਠੀਕ ਹੈ। ਨੈਕਸਟ ਵਨ ਇਜ਼ ਦਾ ਪਬਲਿਕ ਰਿਲੇਸ਼ਨ। ਕਹਿੰਦੇ ਆ ਕਿ ਆਫਿਸ ਨੂੰ ਹਰ ਇੱਕ ਦੇ ਨਾਲ ਰਿਲੇਸ਼ਨ ਬਣਾਉਣੇ ਚਾਹੀਦੇ ਆ। ਦੇਖੋ ਮਾਡਰਨ ਆਫਿਸ ਇਜ਼ ਨਾਟ ਓਨਲੀ ਐਕਸਪੈਕਟਡ ਟੂ ਇਨਸ਼ੋਰ ਕੋਆਰਡੀਨੇਸ਼ਨ ਵਿਦਿਨ ਦ ਆਰਗੇਨਾਈਜੇਸ਼ਨ। ਕਹਿੰਦੇ ਕਿ ਇਕੱਲੀ ਆਫਿਸ ਨੂੰ ਇਹ ਨਹੀਂ ਹੈ ਕਿ ਇਕੱਲੇ ਆਪਣੇ ਅੰਦਰਲੇ ਲੋਕਾਂ ਦੇ ਨਾਲ ਹੀ ਮੇਲ ਤਾਲਮੇਲ ਬਣਾ ਕੇ ਰੱਖਣਾ, ਬਟ ਬਾਹਰਲੇ ਲੋਕਾਂ ਨੂੰ ਵੀ ਬਣਾਉਣਾ ਪੈਣਾ। ਕਿਉਂਕਿ ਬਾਹਰਲੇ ਲੋਕਾਂ ਨੇ ਤੁਹਾਡਾ ਪ੍ਰੋਡਕਟ ਬਾਏ ਕਰਨਾ, ਤੇ ਜੇ ਤੁਸੀਂ ਉਹਨਾਂ ਨਾਲ ਚੰਗੀ ਤਰ੍ਹਾਂ ਬਿਹੇਵ ਨਹੀਂ ਕਰ ਰਹੇ ਤਾਂ ਲੋਕਾਂ ਨੇ ਤੁਹਾਡਾ ਪ੍ਰੋਡਕਟ ਨਹੀਂ ਲੈਣਾ। ਫੋਰ ਐਗਜ਼ਾਮਪਲ ਤੁਸੀਂ ਕਿਸੇ ਸ਼ਾਪ 'ਤੇ ਜਾਂਦੇ ਜੋ ਉੱਥੇ ਜੇ ਤੁਹਾਡੇ ਨਾਲ ਜਿਹੜਾ ਸੈਲਰ ਆ ਉਹ ਚੰਗੀ ਤਰ੍ਹਾਂ ਗੱਲ ਹੀ ਨਹੀਂ ਕਰ ਰਿਹਾ ਤਾਂ ਤੁਸੀਂ ਕਹਿਣਾ ਕਿ ਇੱਥੇ ਤਾਂ ਆਕੜ ਹੀ ਬੜੀ ਆ, ਇਹਨੂੰ ਤਾਂ ਬੁਲਾਉਣ ਦੀ ਅਕਲ ਹੀ ਨਹੀਂ ਹੈਗੀ, ਤਾਂ ਅਸੀਂ ਇਹਦੀ ਸ਼ਾਪ 'ਤੇ ਨਹੀਂ ਜਾਣਾ, ਠੀਕ ਹੈ ਨਾ। ਸੋ ਇੱਦਾਂ ਹੀ ਆ ਕਿ ਆਫਿਸ ਜਿੰਨਾ ਆਪਣੇ ਅੰਦਰ ਵਾਲਿਆਂ 'ਤੇ ਕੰਮ ਚੰਗੀ ਤਰ੍ਹਾਂ ਕਰੂਗਾ, ਬਟ ਆਪਣੇ ਬਾਹਰਲੇ ਲੋਕਾਂ ਨਾਲ ਵੀ ਉਹਨੂੰ ਚੰਗੀ ਤਰ੍ਹਾਂ ਬਿਹੇਵ ਕਰਨਾ ਪਏਗਾ। ਫੋਰ ਐਗਜ਼ਾਮਪਲ ਜਨਰਲ ਪਬਲਿਕ ਦੇ ਨਾਲ, ਗਵਰਨਮੈਂਟ ਦੇ ਨਾਲ, ਤੇ ਕਸਟਮਰਸ ਦੇ ਨਾਲ, ਸਪਲਾਇਰਸ। ਬੱਚੇ ਕਸਟਮਰਸ ਤੁਹਾਨੂੰ ਵੀ ਪਤਾ ਜਿਹੜੇ ਕਸਟਮਰ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੱਤੀ ਹੁਣੇ, ਸਪਲਾਇਰਸ ਹੁੰਦਾ ਜਿਹੜੀ ਕੰਪਨੀ ਨੂੰ ਮਾਲ ਪ੍ਰੋਵਾਈਡ ਕਰਦੇ ਆ, ਠੀਕ ਹੈ। ਇਟ ਹੈਜ਼ ਟੂ ਮੇਕ ਐਫਰਟਸ ਟੂ ਬਿਲਡ ਗੁੱਡ ਇਮੇਜ ਆਫ ਦ ਆਰਗੇਨਾਈਜੇਸ਼ਨ। ਕਹਿੰਦੇ ਕਿ ਤਾਂ ਹੀ ਤੇ ਆਫਿਸ ਦੀ ਗੁੱਡ ਇਮੇਜ ਬਣੂਗੀ। ਤੁਸੀਂ ਮੈਂ ਤੁਹਾਨੂੰ ਜਿੱਦਾਂ ਫੋਰ ਐਗਜ਼ਾਮਪਲ ਦਿੱਤੀ ਹੈ ਕਿ ਜੇ ਤੁਸੀਂ ਉਹ ਤੁਹਾਡਾ ਸ਼ਾਪ 'ਤੇ ਜਾਂਦੇ ਜੋ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਚੰਗੀ ਤਰ੍ਹਾਂ ਕਰਦਾ ਸੈਲਰ, ਤੁਸੀਂ ਕਹੋਗੇ ਕਿ ਇਹ ਤਾਂ ਬੇਕਾਰ, ਇਹਨੂੰ ਬੋਲਣ ਦੀ ਅਕਲ ਨਹੀਂ, ਉਹਦੀ ਇਮੇਜ ਬੇਕਾਰ ਬਣ ਗਈ ਨਾ। ਇੱਦਾਂ ਹੀ ਕਿ ਜੇ ਤੁਸੀਂ ਕੋਈ ਸ਼ਾਪਕੀਪਰ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਬੋਲੇਗਾ ਤਾਂ ਤੁਸੀਂ ਕੀ ਕਹੋਗੇ, ਕਿ ਬਹੁਤ ਵਧੀਆ ਹੈ ਨਾ, ਅਤੇ ਦੈਟ ਮੀਨਸ ਤੁਸੀਂ ਉਹਦੀ ਦੁਕਾਨ 'ਤੇ ਬਾਰ-ਬਾਰ ਜਾਓਗੇ। ਇਹਦਾ ਮਤਲਬ ਇਹੀ ਆ ਕਿ ਜੇ ਤੁਸੀਂ ਪਬਲਿਕ ਰਿਲੇਸ਼ਨ ਦਾ ਮਤਲਬ ਕਿ ਤੁਸੀਂ ਬਾਹਰਲੇ ਲੋਕਾਂ ਨਾਲ ਰਿਲੇਸ਼ਨ ਵਧੀਆ ਰੱਖੋਗੇ ਤਾਂ ਤੁਹਾਡੀ ਇਮੇਜ ਕੀ ਹੋਊਗੀ, ਇੰਪਰੂਵ ਹੋਊਗੀ, ਤੇ ਤੁਹਾਡੇ ਕੋਲ ਲੋਕੀ ਬਾਰ-ਬਾਰ ਪ੍ਰੋਡਕਟ ਬਾਏ ਕਰਨਗੇ, ਠੀਕ ਹੈ ਜੀ। ਲੋਕੇਸ਼ਨ ਕਹਿੰਦਾ 6th ਪੁਆਇੰਟ, ਆਫਿਸ ਦੀ ਲੋਕੇਸ਼ਨ ਇੱਦਾਂ ਦੀ ਹੋਣੀ ਚਾਹੀਦੀ ਕਿ ਜਿੱਥੇ ਹਰ ਕੋਈ ਵਿਜ਼ਿਟ ਕਰ ਸਕੇ। ਦ ਜਨਰਲ ਪਬਲਿਕ ਯੂਜਲੀ ਆਈਡੈਂਟੀਫਾਈਜ਼ ਆਫਿਸ ਵਿਦ ਅ ਪਰਟੀਕੁਲਰ ਲੋਕੇਸ਼ਨ ਵਿਦ ਇਟਸ ਡਿਸਟਿੰਕਟ ਲੇਆਊਟ। ਇਟ ਇਜ਼ ਐਸਟੈਬਲਿਸ਼ਡ ਇਨ ਅ ਸੂਟੇਬਲ ਲੋਕੈਲਿਟੀ ਟੂ ਹੈਲਪ ਇਨ ਕੰਟਰੋਲ ਐਂਡ ਕੋਆਰਡੀਨੇਸ਼ਨ ਅਮੰਗ ਡਿਫਰੈਂਟ ਡਿਪਾਰਟਮੈਂਟਸ ਆਫ ਦ ਬਿਜ਼ਨਸ। ਕਹਿੰਦਾ ਕਿ ਆਫਿਸ ਉੱਥੇ ਹੋਣਾ ਚਾਹੀਦਾ ਜਿੱਥੇ ਹਰ ਕੋਈ ਆਣ ਕੇ ਚੀਜ਼ਾਂ ਨੂੰ ਲੈ ਸਕੇ। ਜਦੋਂ ਫੋਰ ਐਗਜ਼ਾਮਪਲ ਆ ਕਿ ਇੱਕ ਪਿੰਡ 'ਚ ਦੁਕਾਨ ਆ ਐਂਡ ਇੱਕ ਜੰਡਿਆਲੇ 'ਚ ਦੁਕਾਨ ਆ, ਤਾਂ ਲੋਕੀ ਕਿੱਥੇ ਜ਼ਿਆਦਾ ਵਿਜ਼ਿਟ ਕਰਨਗੇ ਬੱਚੇ, ਪਿੰਡ 'ਚ ਕਿ ਜੰਡਿਆਲੇ 'ਚ? ਓਬਵੀਅਸਲੀ ਲੋਕਾਂ ਨੇ ਕਿੱਥੇ ਜ਼ਿਆਦਾ ਜਾਣਾ, ਜਿੱਥੇ ਜੋ ਲੋਕੀ ਜ਼ਿਆਦਾ ਵਿਜ਼ਿਟ ਕਰਦੇ ਆ, ਜੰਡਿਆਲੇ 'ਚ, ਠੀਕ ਆ। ਕਹਿੰਦੇ ਆਫਿਸ ਉੱਤੇ ਤੁਹਾਡਾ ਹੋਣਾ ਚਾਹੀਦਾ ਜਿੱਥੇ ਵੱਧ ਤੋਂ ਵੱਧ ਲੋਕੀ ਵਿਜ਼ਿਟ ਕਰਨ। ਨੈਕਸਟ ਵਨ ਇਜ਼ ਦ ਲਾਸਟ ਪੁਆਇੰਟ, ਦੈਟ ਇਜ਼ ਦ ਸਰਵਿਸ ਫੰਕਸ਼ਨ। The function performed by the office department may not contribute directly towards the ultimate goals of the enterprise, but still presence of efficient office department is inevitable for its smooth functioning. It provides valuable services to the other department, may it be production or purchase or marketing or finance। ਬੱਚੇ production ਦਾ ਮਤਲਬ ਹੁੰਦਾ ਜਿੱਥੇ ਆਫਿਸ ਤੁਸੀਂ ਪ੍ਰੋਡਕਟ ਬਣਾਇਆ ਜੋ, purchase ਦਾ ਮਤਲਬ ਜਦੋਂ ਤੁਸੀਂ ਬਾਹਰੋਂ ਚੀਜ਼ਾਂ ਬਾਏ ਕਰਦੇ ਜੋ, ਜਿੱਦਾਂ ਫੋਰ ਐਗਜ਼ਾਮਪਲ ਕਿ ਤੁਸੀਂ ਸ਼ੂ ਦਾ ਤੁਹਾਡਾ ਬਿਜ਼ਨਸ ਆ ਅਤੇ ਸ਼ੂ ਬਣਾਉਂਦਾ ਜੋ, ਦੈਟ ਮੀਨਸ ਪ੍ਰੋਡਕਸ਼ਨ। ਪਰਚੇਜ਼ ਦਾ ਮਤਲਬ ਜਿੱਦਾਂ ਉਹਦੇ ਲੇਸ ਬਾਹਰੋਂ ਬਾਏ ਕੀਤੇ, ਠੀਕ ਆ, ਜਾਂ ਜਿਹੜਾ ਉਹਦਾ ਥੱਲੜਲਾ ਸਟੱਫ ਹੁੰਦਾ ਉਹ ਬਾਹਰੋਂ ਬਾਏ ਕੀਤਾ, ਦੈਟ ਮੀਨਸ ਤੁਸੀਂ ਕਿਤੋਂ ਨਾ ਕਿਤੋਂ ਪਰਚੇਜ਼ ਕਰ ਰਹੇ ਜੋ। ਮਾਰਕੀਟਿੰਗ ਦਾ ਮਤਲਬ ਹੁੰਦਾ ਕਿ ਤੁਸੀਂ ਜਦੋਂ ਪ੍ਰੋਡਕਟ ਨੂੰ ਸੈੱਲ ਕਰਨਾ ਉਦੋਂ ਮਾਰਕੀਟਿੰਗ ਦਾ ਮੈਨੇਜਰ ਵੱਖ ਹੋਣਾ ਚਾਹੀਦਾ। ਐਂਡ ਫਾਈਨਾਂਸ ਦਾ ਮਤਲਬ ਹੁੰਦਾ ਤੁਸੀਂ ਪੈਸਾ ਕਿੱਥੋਂ ਲੈਂਦੇ ਜੋ, ਇੰਨਾ ਵੱਡਾ ਬਿਜ਼ਨਸ ਕਰੋੜ ਰੁਪਈਆ ਲਾਉਂਦਾ ਜੋ। ਫਾਈਨਾਂਸ ਦਾ ਮਤਲਬ ਹੁੰਦਾ ਪੈਸਾ ਕਿੱਥੋਂ ਲਾਓਗੇ, ਠੀਕ ਹੈ, ਕਿ ਫਾਈਨਾਂਸ ਮੈਨੇਜਰ ਦਾ ਇਹ ਮੋਟਿਵ ਹੁੰਦਾ ਵਾ ਕਿ ਤੁਸੀਂ ਪੈਸਾ ਕਿੱਥੋਂ ਲੈਣਾ। ਹੁਣ ਕੰਪਨੀ ਨੇ ਜਦੋਂ ਬਿਜ਼ਨਸ ਸਟਾਰਟ ਕਰਨਾ ਉਹਨੂੰ 10 ਕਰੋੜ ਦੀ ਜ਼ਰੂਰਤ ਹੈ, ਅਤੇ 10 ਕਰੋੜ ਪਿਆ ਨਹੀਂ, ਓਨਰ ਕੋਲ ਪਿਆ ਨਹੀਂ ਹੋਊਗਾ, ਅਤੇ ਲੋਕਾਂ ਕੋਲੋਂ ਜਦੋਂ ਉਹ ਪੈਸਾ ਲੈਂਦਾ ਉਹ ਸੋਚਦੇ ਕਿੱਥੋਂ ਬੈਂਕ ਕੋਲ ਲਈਏ, ਠੀਕ ਆ, ਜਾਂ ਕਿਸੇ ਕੋਲੋਂ ਉਧਾਰਾ ਲਈਏ, ਕਿਹਦੇ ਕੋਲ ਕਿੰਨਾ ਲੈਣਾ। ਦੈਟ ਮੀਨਸ ਫਾਈਨਾਂਸ ਦਾ ਮਤਲਬ ਤੁਸੀਂ ਜਦੋਂ ਪੈਸਾ ਇਕੱਠਾ ਕਰਦੇ ਜੋ ਲੋਕਾਂ ਕੋਲੋਂ, ਉਹਨੂੰ ਆਪਾਂ ਕੀ ਕਹਿ ਦਿੰਦੇ, ਫਾਈਨਾਂਸ, ਠੀਕ ਹੈ। ਸੋ ਕਹਿੰਦਾ ਵਾ ਕਿ ਆਫਿਸ ਦਾ ਇੱਕ ਮੋਟਿਵ, ਸਿੱਧੀ ਜਿਹੀ ਗੱਲ ਤੁਹਾਨੂੰ ਵੀ ਪਤਾ ਕਿ ਸਰਵਿਸ ਦੇਣ ਦਾ ਮਤਲਬ ਹੈ ਕਿ ਜੇ ਸ਼ੂ ਕੰਪਨੀ ਆ ਤਾਂ ਸ਼ੂ ਕੰਪਨੀ ਤੁਹਾਨੂੰ ਕਾਹਦੀ ਸਰਵਿਸ ਦਿੰਦੀ ਆ ਕਿ ਤੁਹਾਨੂੰ ਕਿ ਪ੍ਰੋਡਕਟ ਪ੍ਰੋਵਾਈਡ ਕਰ ਰਹੀ ਆ, ਠੀਕ ਆ, ਹੈਗਾ ਤਾਂ ਟੈਂਜੀਬਲ ਹੀ ਆ, ਠੀਕ ਆ, ਬਟ ਨਾਲ ਦੀ ਨਾਲ ਉਹ ਕੀ ਪ੍ਰੋਵਾਈਡ ਕਰ ਰਹੀ ਹੈ ਤੁਹਾਨੂੰ, ਜੇ ਪ੍ਰੋਡਕਟ ਪ੍ਰੋਵਾਈਡ ਕਰ ਰਹੀ ਹੈ ਨਾਲ ਨਾਲ ਤੁਹਾਨੂੰ ਕੀ ਦਿੰਦੀ ਹੈ, ਸਰਵਿਸਿਜ਼ ਦਿੰਦੀ ਹੈ। ਜੇ ਸ਼ੂ ਨਾ ਬਣਾਵੇ ਤਾਂ ਤੁਹਾਨੂੰ ਨਹੀਂ ਮਿਲਣੇ ਸ਼ੂਜ਼, ਦੈਟ ਮੀਨਸ ਕਿ ਆਫਿਸ ਤੁਹਾਨੂੰ ਕੀ ਦਿੰਦਾ, ਸਰਵਿਸਿਜ਼
ਵੀ ਦੇਂਦੇ ਆ। ਫੋਰ ਐਗਜ਼ਾਮਪਲ ਜੇ ਤੁਸੀਂ ਆਪਣੇ ਸਕੂਲ ਦੀ ਲਾਓ ਤਾਂ ਜੇ ਉਹ ਸਕੂਲ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਸ ਦੇ ਟੀਚਰਸ ਤੁਹਾਨੂੰ ਕੀ ਪ੍ਰੋਵਾਈਡ ਕਰਦੇ, ਟੀਚਿੰਗ ਪ੍ਰੋਵਾਈਡ ਕਰ ਰਹੇ ਨੇ, ਦੈਟ ਮੀਨਸ ਉਹ ਸਰਵਿਸ ਦੇ ਰਹੇ ਨੇ ਤੁਹਾਨੂੰ, ਠੀਕ ਹੈ। ਸੋ ਆਫਿਸ ਦਾ ਕੰਮ ਕੀ ਹੈ, ਤੁਹਾਨੂੰ ਸਰਵਿਸ ਦੇਣਾ ਹੈ। ਸੋ ਇਹ ਕਰੈਕਟਰਿਸਟਿਕਸ ਪਤਾ ਚੱਲ ਗਏ ਹੁਣ ਬੱਚੇ। ਨੈਕਸਟ ਵੀ ਵਿਲ ਡੂ ਅਬਾਊਟ ਕਿ ਵਟ ਆਰ ਦ ਟਾਈਪਸ ਆਫ ਆਫਿਸਿਸ। ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੁੰਦਾ ਕਿ ਆਫਿਸਿਸ ਦੇ ਕਿਹੜੇ ਟਾਈਪਸ ਆ। ਇਹ 4 ਦੇ ਵਿੱਚ ਡਿਵਾਈਡਡ ਆ। ਫਸਟ ਆਫ ਆਲ ਜਿਹੜੇ ਆ ਉਹਨਾਂ ਨੇ ਔਨ ਦ ਬੇਸਿਸ ਆਫ ਫੰਕਸ਼ਨ, ਔਨ ਦ ਬੇਸਿਸ ਆਫ ਲੋਕੇਸ਼ਨ, ਔਨ ਦ ਬੇਸਿਸ ਆਫ ਲੀਗਲ ਰਿਕੁਆਇਰਮੈਂਟਸ, ਔਨ ਦ ਬੇਸਿਸ ਆਫ ਪਲੇਸ, ਠੀਕ ਹੈ ਬੱਚੇ। ਇਹਦੇ ਵਿੱਚ ਅੰਡਰ ਆ ਜਾਂਦਾ ਵਾ ਆਫਿਸ ਫੰਕਸ਼ਨਸ ਦੇ ਵਿੱਚ ਹੈੱਡ ਆਫਿਸ ਤੇ ਬ੍ਰਾਂਚ ਆਫਿਸ, ਲੋਕੇਸ਼ਨ ਦੇ ਵਿੱਚ ਰੀਜਨਲ ਆਫਿਸ ਤੇ ਲੋਕਲ ਆਫਿਸ, ਲੀਗਲ ਰਿਕੁਆਇਰਮੈਂਟ ਦੇ ਰਜਿਸਟਰ ਤੇ ਐਡਮਿਨਿਸਟ੍ਰੇਟਿਵ ਆਫਿਸ, ਤੇ ਔਨ ਦ ਬੇਸਿਸ ਆਫ ਪਲੇਸ ਫਿਕਸਡ ਆਫਿਸ ਤੇ ਮੋਬਾਈਲ ਆਫਿਸ। ਬੱਚੇ ਔਨ ਦ ਬੇਸਿਸ ਆਫ ਫੰਕਸ਼ਨਸ ਦੇ ਵਿੱਚ ਔਨ ਦ ਬੇਸਿਸ ਆਫ ਨੇਚਰ ਆਫ ਫੰਕਸ਼ਨ ਪਰਫਾਰਮਡ ਐਨ ਆਫਿਸ ਕੈਨ ਬੀ ਕਲਾਸੀਫਾਈਡ ਐਜ਼ ਕਿ 2 ਆ ਕਿਹਦੇ ਵਿੱਚ ਡਿਵਾਈਡ ਆ, ਹੈੱਡ ਆਫਿਸ ਤੇ ਬ੍ਰਾਂਚ ਆਫਿਸ ਦੇ ਵਿੱਚ। ਮੈਂ ਅੰਡਰਲਾਈਨ ਕੀਤੇ ਹੋਏ ਨੇ, ਠੀਕ ਹੈ, ਕਿ ਜਿਹੜੇ ਮੇਨ 2 ਜਿਹੜੇ ਉਹਨਾਂ ਨੇ ਦੱਸੇ, ਠੀਕ ਹੈ। ਕਹਿੰਦੇ ਆ ਕਿ ਇੱਕ ਹੈੱਡ ਆ ਤੇ ਇੱਕ ਬ੍ਰਾਂਚ ਆਫਿਸ ਆ। ਬੱਚੇ ਦੇਖੋ ਦ ਸਾਈਜ਼ ਐਂਡ ਸਕੇਲ ਆਫ ਬਿਜ਼ਨਸ ਐਕਸਪੈਂਡ ਓਵਰ ਵਾਸਟ ਜਿਓਗ੍ਰਾਫੀਕਲ ਏਰੀਆ, ਇਟ ਹੈਜ਼ ਟੂ ਬੀ ਐਸਟੈਬਲਿਸ਼ਡ ਬ੍ਰਾਂਚਿਸ ਇਨ ਡਿਫਰੈਂਟ ਪਲੇਸਿਸ। ਕਹਿੰਦੇ ਜਦੋਂ ਬਿਜ਼ਨਸ ਦਾ ਸਾਈਜ਼ ਐਕਸਪੈਂਡ ਹੋ ਜਾਂਦਾ, ਠੀਕ ਹੈ, ਤੇ ਦੈਟ ਮੀਨਸ ਕਿ ਪਹਿਲਾਂ ਕੰਪਨੀ ਨੂੰ ਇਹ ਲੱਗਦਾ ਹੁੰਦਾ ਕਿ ਸਾਡਾ ਪ੍ਰੋਡਕਟ ਸ਼ਾਇਦ ਲੋਕੀ ਨਾ ਪਸੰਦ ਕਰਨ, ਬਟ ਜਦੋਂ ਕੰਪਨੀ ਦਾ ਪ੍ਰੋਡਕਟ ਲੋਕੀ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਲੋਕ, ਫਿਰ ਉਹ ਕੀ ਬਣਾ ਦਿੰਦੇ, ਬ੍ਰਾਂਚਿਸ ਬਣਾ ਦਿੰਦੇ। ਫੋਰ ਐਗਜ਼ਾਮਪਲ ਜਿੱਦਾਂ ਹੁਣ ਦੇਖੋ DPS ਆ, ਦਿੱਲੀ ਪਬਲਿਕ ਸਕੂਲ ਆ, ਉਹਦੀਆਂ ਕਿੰਨੀਆਂ ਬ੍ਰਾਂਚਿਸ ਆ, ਦਿੱਲੀ 'ਚ ਵੀ ਹੈਗੀਆਂ ਵਾ, ਕਿੰਨੀਆਂ ਅਬੋਹਰ ਵੀ ਹੈਗੀ ਆ, ਅੰਮ੍ਰਿਤਸਰ ਵੀ ਹੈਗੀ ਆ, ਕਿੱਥੇ ਜਾਂ ਹਰਕ੍ਰਿਸ਼ਨ ਦੀ ਬ੍ਰਾਂਚ ਆ। ਦੈਟ ਮੀਨਸ ਕਿ ਹਰ ਇੱਕ ਜਗ੍ਹਾ, ਇਹਦਾ ਮਤਲਬ ਹੋ ਗਿਆ ਕਿ ਹੈੱਡ ਆਫਿਸ ਇੱਕ ਆ। ਹੈੱਡ ਆਫਿਸ ਦਿੱਲੀ ਪਬਲਿਕ ਸਕੂਲ ਦਾ ਕਿੱਥੇ ਆ, ਦੈਟ ਮੀਨਸ ਕਿ ਮੇਨ ਬ੍ਰਾਂਚ ਕਿੱਥੇ ਆ, ਦਿੱਲੀ 'ਚ ਆ, ਬਟ ਮੇਨ, ਠੀਕ ਹੈ। ਐਂਡ ਉਹਦੇ ਜਿਹੜੇ ਬ੍ਰਾਂਚਿਸ ਆ ਬਾਕੀ ਉਹ ਕਿੱਥੇ ਫੈਲੀਆਂ ਹੋਈਆਂ ਨੇ, ਅੰਮ੍ਰਿਤਸਰ ਵੀ ਫੈਲੀ ਹੋਈ ਆ, ਅੰਮ੍ਰਿਤਸਰ ਵੀ ਹੈਗੀ ਆ, ਅਬੋਹਰ ਵੀ ਹੈਗੀ ਆ, ਠੀਕ ਹੈ, ਸਮਝ ਆ ਰਹੀ ਹੈ ਮੇਰੀ ਗੱਲ ਦੀ। ਦੈਟ ਮੀਨਸ ਕਿ ਜਦੋਂ ਬਿਜ਼ਨਸ ਐਕਸਪੈਂਡ ਹੁੰਦਾ ਵਾ ਤੇ ਕੰਪਨੀ ਇਹ ਚਾਹੁੰਦੀ ਆ ਕਿ ਲੋਕੀ ਦਿੱਲੀ ਥੋੜ੍ਹੀ ਆਣ ਕੇ ਪੜ੍ਹਨਗੇ ਹੁਣ ਸਾਰੇ। ਦੈਟ ਮੀਨਸ ਕਿ ਉਹਦੀਆਂ ਬ੍ਰਾਂਚਾਂ ਬਣਾ ਦਿੱਤੀਆਂ ਜਾਣ ਕਿ ਵੱਖ-ਵੱਖ ਲੋਕੀ ਸਾਡੀਆਂ ਫੈਸਿਲਿਟੀਜ਼ ਨੂੰ ਲੈ ਸਕਣ, ਠੀਕ ਹੈ। ਤੇ ਕਹਿੰਦੇ ਕਿ ਜਿਹੜਾ ਹੈੱਡ ਆਫਿਸ ਹੁੰਦਾ ਉਹਨੂੰ ਪੇਰੈਂਟ ਆਫਿਸ ਵੀ ਕਿਹਾ ਜਾਂਦਾ। ਉਹਨੂੰ ਪੇਰੈਂਟ ਕਿਉਂ ਕਿਹਾ ਜਾਂਦਾ, ਕਿਉਂਕਿ ਪੇਰੈਂਟਸ ਇਹ ਮਾਂ ਬਾਪ ਦੇ ਕੀ ਹੁੰਦੇ, ਗਾੜੀ ਬੱਚੇ ਹੁੰਦੇ, ਜਿਹੜੀਆਂ ਬ੍ਰਾਂਚਿਸ ਉਹਨਾਂ ਦੀਆਂ ਕੀ ਆ, ਬੱਚੇ ਆ, ਠੀਕ ਹੈ। ਐਂਡ ਹੈੱਡ ਕੀ ਆ, ਦੈਟ ਮੀਨਸ ਇੱਕ ਹੀ ਆ, ਉਹਨੂੰ ਆਪਾਂ ਹੈੱਡ ਨੂੰ ਕੀ ਕਹਿ ਦਿੰਦੇ, ਪੇਰੈਂਟ ਕਹਿ ਦਿੰਦੇ। ਸਮਝ ਆ ਰਹੀ ਹੈ, ਠੀਕ ਹੈ। ਹੈਜ਼ ਟੂ ਕੋਆਰਡੀਨੇਟ ਦ ਫੰਕਸ਼ਨਿੰਗ ਆਫ ਦ ਬ੍ਰਾਂਚ ਆਫਿਸਿਸ ਦਾ। ਬੱਚੇ ਕਿ ਜਿਹੜਾ ਹੈੱਡ ਆਫਿਸ ਆ ਉਹਨੇ ਹਰ ਇੱਕ ਦੀਆਂ ਦੇਖਣੀਆਂ। ਹੁਣ ਜਿੱਦਾਂ ਦਿੱਲੀ ਪਬਲਿਕ ਸਕੂਲ ਦੀ ਮੇਨ ਜਿਹੜੀ ਵਾ ਮੇਨ ਆ ਦਿੱਲੀ ਪਬਲਿਕ ਸਕੂਲ ਉਹ ਦਿੱਲੀ ਦੇ ਵਿੱਚ ਆ, ਅਤੇ ਉਹਨੇ ਸਾਰੇ ਸਕੂਲਾਂ ਨੂੰ ਵੇਖਣਾ, ਆਪਣੀਆਂ ਬ੍ਰਾਂਚਿਸ ਨੂੰ ਉਹਨਾਂ ਨੇ ਇਹ ਵੇਖਣਾ ਕਿ ਮੇਰਾ ਦਿੱਲੀ ਵਾਲਾ ਸਕੂਲ ਕੀ ਕਰ ਰਿਹਾ, ਠੀਕ ਆ, ਮੇਰਾ ਅਬੋਹਰ ਵਾਲਾ ਸਕੂਲ ਕੀ ਕਰ ਰਿਹਾ, ਠੀਕ ਹੈ। ਅਤੇ ਹੁਣ ਦੂਜਾ ਪੁਆਇੰਟ ਕੀ ਆ, ਬ੍ਰਾਂਚ ਆਫਿਸ ਔਨ ਦ ਅਦਰ ਹੈਂਡ ਹੈਵ ਟੂ ਰਿਪੋਰਟ ਬੈਕ ਐਂਡ ਗੈਟ ਨੈਸੈਸਰੀ ਇੰਸਟਰਕਸ਼ਨਸ ਫਰੋਮ ਦ ਹੈੱਡ ਆਫਿਸ। ਅਤੇ ਉਹੀ ਗੱਲ ਹੋ ਗਈ ਕਿ ਬ੍ਰਾਂਚ ਆਫਿਸ ਨੇ ਕੀ ਕਰਨਾ ਹੈ, ਕਿਹਨੂੰ ਇੰਸਟਰਕਸ਼ਨਸ ਕਿਹਦੇ ਕੋਲ ਲੈਣੀਆਂ ਵਾ, ਹੈੱਡ ਆਫਿਸ ਕੋਲੋਂ, ਹੈ ਨਾ, ਕਿ ਹੈੱਡ ਆਫਿਸ ਦੱਸੂਗਾ ਕਿ ਇੱਦਾਂ ਕਰਨਾ ਹੈ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਨੂੰ ਦੇਣੀਆਂ ਜਾ ਕੇ ਇੰਸਟਰਕਸ਼ਨਸ ਲੈ ਕੇ, ਤੇ ਗਾੜੀ ਜੋ ਵੀ ਕੋਈ ਪ੍ਰੋਬਲਮਸ ਉਹ ਕਿਹਨੂੰ ਦੱਸਣੀਆਂ ਵਾ ਜਾ ਕੇ, ਹੈੱਡ ਆਫਿਸ ਨੂੰ। ਫੋਰ ਐਗਜ਼ਾਮਪਲ ਜੇ ਤੁਹਾਡਾ ਹੈੱਡ ਆਪਾਂ ਮੰਨ ਕੇ ਚੱਲੀਏ ਤੁਹਾਡੇ ਸਕੂਲ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ, ਜੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈੱਡ ਹੋ ਗਿਆ, ਠੀਕ ਹੈ। ਬਾਕੀ ਉਹਦੀਆਂ ਬ੍ਰਾਂਚਿਸ ਕੀ ਆ, ਬ੍ਰਾਂਚਿਸ ਜਿਹੜੀਆਂ ਵਾ, ਤੁਸੀਂ ਸਾਡੇ ਸਕੂਲ ਖੁੱਲ੍ਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਡਰ, ਉਹਨੂੰ ਆਪਾਂ ਕੀ ਕਹਿ ਦਾਂਗੇ, ਬ੍ਰਾਂਚ ਆਫਿਸਿਸ, ਠੀਕ ਹੈ। ਅਤੇ ਜਦੋਂ ਆਪਾਂ ਬ੍ਰਾਂਚ ਆਫਿਸਿਸ ਤੋਂ ਜੋ ਪੰਜਾਬ ਬੋਰਡ ਨੇ ਕਹਿਤਾ ਉਹੀ ਸਾਰੇ ਸਕੂਲਾਂ ਨੂੰ ਮੰਨਣਾ ਪਊਗਾ, ਸਾਰੀਆਂ ਬ੍ਰਾਂਚਿਸ ਨੂੰ ਮੰਨਣਾ ਪਏਗਾ, ਠੀਕ ਹੈ। ਔਨ ਦ ਸੈਕਿੰਡ ਔਨ ਦ ਬੇਸਿਸ ਆਫ ਲੋਕੇਸ਼ਨ ਬੱਚੇ ਕਿਹਦੀ ਇੱਕ ਲੋਕੇਸ਼ਨ ਹੁੰਦੀ ਹੈ, ਰੀਜਨਲ ਆਫਿਸ ਅਤੇ ਲੋਕਲ ਆਫਿਸ। ਰੀਜਨਲ ਅਤੇ ਆਫਿਸ ਕਿਹੜੀਆਂ ਦੋਵਾਂ ਲੋਕੇਸ਼ਨਸ ਦੇ ਵਿੱਚ ਡਿਵਾਈਡ ਹੈ, ਇੱਕ ਰੀਜਨਲ ਆਫਿਸ ਦੇ ਵਿੱਚ ਅਤੇ ਇੱਕ ਲੋਕਲ ਆਫਿਸ ਦੇ ਵਿੱਚ। ਰੀਜਨਲ ਆਫਿਸ ਇਜ਼ ਦ ਆਫਿਸ ਵਿਚ ਕੈਟਰਸ ਟੂ ਦ ਨੀਡਸ ਆਫ ਏ ਪਰਟੀਕੂਲਰ ਰੀਜਨ ਔਰ ਇਨ ਅਦਰ ਵਰਡਸ ਇਟ ਲੁਕਸ ਆਫਟਰ ਦ ਬਿਜ਼ਨਸ ਆਪਰੇਸ਼ਨਸ ਆਫ ਏ ਵਨ ਪਰਟੀਕੂਲਰ ਰੀਜਨ। ਬੱਚੇ ਰੀਜਨ ਦਾ ਮਤਲਬ ਹੁੰਦਾ ਕਿ ਜਿੱਦਾਂ ਤੁਸੀਂ ਮੰਨ ਕੇ ਚਲੋ ਕਿ ਪੰਜਾਬ ਹੋ ਗਿਆ, ਠੀਕ ਹੈ, ਕਿ ਕੋਈ ਰੀਜਨ ਨੂੰ ਮੰਨ ਕੇ ਬੈਠਾ, ਜਿੱਦਾਂ ਪੰਜਾਬ ਦੇ ਵਿੱਚ ਇੱਕ ਹੀ ਸਕੂਲ ਆ, ਜਾਂ ਕੋਈ ਵੀ ਜਿਹਨੂੰ ਆਪਾਂ ਕਹਿ ਦਿੰਦੇ ਕਿ ਪਰਟੀਕੂਲਰ ਏਰੀਆ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਉਹ ਲੋਕੇਸ਼ਨ 'ਤੇ ਕੋਈ ਚੀਜ਼ ਫਿੱਟ ਆ, ਉਸ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਆ, ਉਹਨੂੰ ਆਪਾਂ ਕੀ ਕਹਿ ਦਾਂਗੇ ਕਿ ਰੀਜਨਲ ਆਫਿਸ, ਠੀਕ ਹੈ। ਨੈਕਸਟ ਵਨ ਇਜ਼ ਦੈਟ ਕਿ ਔਨ ਦ ਅਦਰ ਹੈਂਡ ਕਿਹੜੀ ਆ, ਵੇਅਰ ਐਜ਼ ਲੋਕਲ ਇਜ਼ ਦ ਆਫਿਸ ਵਿਚ ਰਿਮੇਨਸ ਕਨਫਾਈਡ ਟੂ ਲੁੱਕ ਆਫਟਰ ਦ ਆਪਰੇਸ਼ਨਸ ਆਫ ਏ ਬਿਜ਼ਨਸ ਐਟ ਲੋਕਲ ਲੈਵਲ। ਬੱਚੇ ਦੇਖੋ ਰੀਜਨ ਦਾ ਮਤਲਬ ਹੁੰਦਾ, ਰੀਜਨ ਨੂੰ ਆਪਾਂ ਮੰਨਦੇ ਹਾਂ ਕਿ ਰੀਜਨ ਆਪਾਂ ਵੱਖ-ਵੱਖ ਨਾਰਥ ਰੀਜਨ ਡਿਵਾਈਡ ਹੁੰਦਾ, ਠੀਕ ਆ। ਇਹਦੇ ਵਿੱਚ ਹੁਣ ਡਿਫਰੈਂਸ ਸਮਝੋ, ਰੀਜਨ ਹੁੰਦੇ ਆ ਨਾਰਥ, ਸਾਊਥ, ਵੈਸਟ ਅਤੇ ਈਸਟ, ਠੀਕ ਆ। ਅਤੇ ਨਾਰਥ ਨੂੰ ਆਪਾਂ ਇੱਕ ਰੀਜਨ ਮੰਨਾਂਗੇ, ਵੈਸਟ ਨੂੰ ਆਪਾਂ ਇੱਕ ਰੀਜਨ ਮੰਨਾਂਗੇ, ਸਾਊਥ ਨੂੰ ਆਪਾਂ ਇੱਕ ਰੀਜਨ ਮੰਨਾਂਗੇ, ਈਸਟ ਨੂੰ ਆਪਾਂ ਇੱਕ ਰੀਜਨ ਮੰਨਾਂਗੇ। ਉਹ ਜੋ ਨਾਰਥ ਦਾ ਜਿਹੜਾ ਹੈੱਡ ਹੋਊਗਾ ਸਾਰੇ ਰੀਜਨ ਨੂੰ ਵੇਖੇਗਾ, ਠੀਕ ਹੈ। ਗਾੜੀ ਉਹਨੇ ਵੱਖ-ਵੱਖ ਮੈਨੇਜਰ ਬਣਾਏ ਹੋਣਗੇ, ਬਟ ਉਹ ਸਾਰੇ ਕਿਹਨੂੰ ਵੇਖੂਗਾ, ਨਾਰਥ ਦੇ ਰੀਜਨ ਨੂੰ। ਬਟ ਲੋਕਲ ਦਾ ਮਤਲਬ ਹੁੰਦਾ ਅੰਮ੍ਰਿਤਸਰ, ਤਰਨਤਾਰਨ, ਠੀਕ ਆ। ਤਰਨਤਾਰਨ ਦੇ ਵਿੱਚ ਕੋਈ ਆਫਿਸ ਆ, ਉਹਨੂੰ ਆਪਾਂ ਕੀ ਕਹਿ ਦਾਂਗੇ ਕਿ ਉਹ ਲੋਕਲ ਏਰੀਆ ਦੇ ਵਿੱਚ ਸਿਚੁਏਟਡ ਆ, ਐਂਡ ਰੀਜਨ ਦੇ ਵਿੱਚ ਆਪਾਂ ਕਹਿੰਦਾ ਕਿ ਉਹ ਪੂਰੇ ਆਲ ਓਵਰ ਰੀਜਨ ਦੇ ਵਿੱਚ ਸਿਚੁਏਟਡ ਆ, ਹੋਰ ਕਿਤੇ ਉਹ ਰੀਜਨ ਆਫਿਸ ਨਹੀਂ ਹੈਗਾ, ਠੀਕ ਹੈ। ਔਨ ਦ ਬੇਸਿਸ ਆਫ ਲੀਗਲ ਰਿਕੁਆਇਰਮੈਂਟ ਬੱਚੇ
ਜਿਹੜੇ ਆ 2 ਪੁਆਇੰਟ ਆ ਨਾ, ਔਨ ਦ ਬੇਸਿਸ ਆਫ ਲੀਗਲ ਰਿਕੁਆਇਰਮੈਂਟ ਐਂਡ ਔਨ ਦ ਬੇਸਿਸ ਆਫ ਪਲੇਸ, ਇਹ ਆਪਾਂ ਜੇ ਮੈਂ ਤੁਹਾਨੂੰ ਹੁਣੇ ਕਰਵਾ ਦਿੰਦੀ ਹਾਂ, ਵੈਸੇ ਟਾਈਮ ਚਲੋ ਕੋਈ ਨਾ। ਔਨ ਦ ਬੇਸਿਸ ਆਫ ਲੀਗਲ ਰਿਕੁਆਇਰਮੈਂਟ, ਔਨ ਦ ਬੇਸਿਸ ਆਫ ਲੀਗਲ ਰਿਕੁਆਇਰਮੈਂਟ ਐਨ ਆਫਿਸ ਕੈਨ ਬੀ ਕਲਾਸੀਫਾਈਡ ਐਜ਼, ਇਹਦੇ ਵਿੱਚ ਵੀ 2 ਆ ਜਾਂਦੇ, ਰਜਿਸਟਰਡ ਆਫਿਸ ਐਂਡ ਐਡਮਿਨਿਸਟ੍ਰੇਟਿਵ ਆਫਿਸ, ਠੀਕ ਹੈ। ਕਿ ਲੀਗਲ ਰਿਕੁਆਇਰਮੈਂਟ ਦੇ ਅੰਡਰ ਵੀ ਆ ਜਾਂਦਾ ਰਜਿਸਟਰਡ ਆਫਿਸ ਤੇ ਐਡਮਿਨਿਸਟ੍ਰੇਟਿਵ ਆਫਿਸ। ਰਜਿਸਟਰਡ ਆਫਿਸ ਕਹਿੰਦੇ ਉਹ ਵਾਲਾ ਆਫਿਸ ਹੁੰਦਾ ਵਾ ਜਿਹਦੇ ਜਿੰਨੇ ਕਿ ਸਾਰਾ ਕੁਝ, ਵੇਖੋ ਬੱਚੇ ਰਜਿਸਟਰਡ ਦਾ ਮਤਲਬ ਆ ਕਿ ਜਿਹੜੀ ਚੀਜ਼ ਰਜਿਸਟਰਡ ਹੋਈ ਆ, ਠੀਕ ਹੈ। ਜਿੱਦਾਂ ਤੁਹਾਡਾ ਸਕੂਲ ਆ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅੰਡਰ ਕੀ ਹੋਇਆ ਵਾ, ਰਜਿਸਟਰਡ ਹੋਇਆ, ਠੀਕ ਹੈ। ਦੈਟ ਮੀਨਸ ਕਿ ਉਹਨਾਂ ਨੇ ਸਾਰਾ ਕੁਝ ਕੰਪਨੀਜ਼ ਐਕਟ ਨੂੰ ਸਾਰਾ ਕੁਝ ਪ੍ਰੋਵਾਈਡ ਕਰਨਾ ਹੁੰਦਾ ਵਾ। ਕੰਪਨੀਜ਼ ਐਕਟ ਨੇ ਕੀ ਕਰਨਾ ਹੁੰਦਾ, ਦੱਸਣਾ ਹੁੰਦਾ ਕਿ ਅਸੀਂ ਆਹ ਬਿਜ਼ਨਸ, ਸਾਡੇ ਇੰਨੇ ਟੀਚਰਸ ਆ, ਸਾਰਾ ਕੁਝ ਉਹਨਾਂ ਨੂੰ ਦੱਸਣਾ ਹੁੰਦਾ, ਠੀਕ ਹੈ। ਐਂਡ ਉਹ ਰਜਿਸਟਰਡ ਆਫਿਸ ਨੇ ਹਮੇਸ਼ਾ ਟੈਕਸ ਪੇ ਕਰਨਾ ਹੀ ਕਰਨਾ ਹੁੰਦਾ, ਠੀਕ ਹੈ ਬੱਚੇ। ਤੇ ਐਡਮਿਨਿਸਟ੍ਰੇਟਿਵ ਆਫਿਸ ਉਹ ਹੁੰਦਾ ਹੈ ਸੈਟ ਅਪ ਨਾਟ ਐਸ ਪਰ ਦ ਲੀਗਲ ਰਿਕੁਆਇਰਮੈਂਟ ਬਟ ਟੂ ਕੰਟਰੋਲ ਐਂਡ ਸੁਪਰਵਾਈਜ਼ ਦ ਡਿਫਰੈਂਟ ਬਿਜ਼ਨਸ ਆਪਰੇਸ਼ਨਸ ਆਫ ਅ ਪਰਟੀਕੂਲਰ ਪਲੇਸ ਔਰ ਰੀਜਨ। ਕਹਿੰਦੇ ਕਿ ਐਡਮਿਨਿਸਟ੍ਰੇਟਿਵ ਆਫਿਸ ਇਹ ਹੁੰਦਾ ਵਾ ਕਿ ਦੇਖੋ ਬੱਚੇ ਕਿ ਜਿਹੜਾ ਆਫਿਸ ਆ ਉਹ ਰਜਿਸਟਰਡ ਨਹੀਂ ਹੁੰਦਾ। ਕਿਉਂ ਨਹੀਂ ਰਜਿਸਟਰਡ ਹੁੰਦਾ? ਕਿਉਂਕਿ ਉਹ ਪਹਿਲਾਂ ਪੇਰੈਂਟ ਕੰਪਨੀ ਦਾ ਹੁੰਦਾ। ਪੇਰੈਂਟ ਕੰਪਨੀ ਦਾ ਮਤਲਬ ਹੁੰਦਾ ਕਿ ਜਿੱਦਾਂ ਦੇਖੋ ਮੈਂ ਤੁਹਾਨੂੰ ਫੋਰ ਐਗਜ਼ਾਮਪਲ DPS ਦੀ ਦਿੱਤੀ ਸੀ ਕਿ DPS ਦੀ ਮੇਨ ਬ੍ਰਾਂਚ ਜਿਹੜੀ ਆ ਉਹ ਦਿੱਲੀ 'ਚ ਆ, ਠੀਕ ਹੈ। ਤਾਂ ਉਹ ਕੀ ਕਰਦੇ ਨੇ, ਦਿੱਲੀ ਰਜਿਸਟਰਡ ਆਫਿਸ ਹੋ ਗਿਆ ਐਂਡ ਬਾਕੀ ਸਾਰੀਆਂ ਬ੍ਰਾਂਚਿਸ ਕੀ ਹੋ ਗਿਆ, ਐਡਮਿਨਿਸਟ੍ਰੇਟਿਵ ਆਫਿਸ। ਤੇ ਸਾਰਾ ਜਿਹੜਾ ਪੈਸਾ ਵਾ ਕਿੱਥੇ ਜਾ ਰਿਹਾ, ਦਿੱਲੀ ਜਾ ਰਿਹਾ ਬਾਕੀ ਬ੍ਰਾਂਚਿਸ ਦਾ। ਤੇ ਦਿੱਲੀ ਵਾਲਿਆਂ ਨੇ ਆਪਣਾ ਦੱਸਣਾ ਕਿ ਸਾਡੇ ਕੋਲ ਆਲ ਓਵਰ ਇੰਡੀਆ ਦੇ ਵਿੱਚ ਕਿੰਨੇ ਬੱਚੇ ਨੇ, ਤੇ ਐਂਡ ਐਡਮਿਨਿਸਟ੍ਰੇਟਿਵ ਕਿਹੜੀਆਂ ਹੋ ਗਈਆਂ, ਦੂਜੀਆਂ ਬ੍ਰਾਂਚਿਸ ਹੋ ਗਈਆਂ ਜਿਹੜੀਆਂ ਅੰਮ੍ਰਿਤਸਰ 'ਚ ਆ, ਬੋਹਰ 'ਚ ਆ, ਠੀਕ ਹੈ। ਐਂਡ ਉਹਨਾਂ ਨੇ ਦੱਸਣਾ ਹੈ ਕਿ ਵੀ ਉਹਨਾਂ ਨੇ ਆਪਣੀ ਸਾਰੀ ਰਿਪੋਰਟਿੰਗ ਕਿਹਨੂੰ ਕਰਨੀ ਹੈ, ਰਜਿਸਟਰਡ ਆਫਿਸ ਨੂੰ, ਠੀਕ ਹੈ। ਔਨ ਦ ਬੇਸਿਸ ਆਫ ਪਲੇਸ, ਬੱਚੇ ਪਲੇਸ ਦੇ ਵਿੱਚ ਵੀ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਦੋ ਤਰ੍ਹਾਂ ਦੀਆਂ ਪਲੇਸਿਸ ਹੋ ਗਈਆਂ। ਇੱਕ ਹੋ ਗਈ ਫਿਕਸਡ, ਦੂਜੀ ਕੀ ਹੋ ਗਈ ਮੋਬਾਈਲ ਆਫਿਸ। ਫਿਕਸ ਪਲੇਸ ਦਾ ਮਤਲਬ ਹੁੰਦਾ ਕਿ ਜਿੱਦਾਂ ਤੁਹਾਡਾ ਸਕੂਲ ਆ ਇੱਕ ਜਗ੍ਹਾ ਤੇ ਫਿਕਸਡ ਹੀ ਆ ਨਾ, ਫਿਕਸਡ ਆਫਿਸ ਦੇ ਵਿੱਚ ਬਹਿ ਕੇ ਕੰਮ ਕਰ ਰਹੇ ਆ, ਦੈਟ ਮੀਨਸ ਫਿਕਸਡ ਆ। ਫਿਕਸਡ ਆਫਿਸ ਇਜ਼ ਦ ਆਫਿਸ ਦੈਟ ਰਿਮੇਨ ਸਟੇਸ਼ਨਰੀ ਐਂਡ ਇਜ਼ ਕਨਫਾਈਨਡ ਟੂ ਵਨ ਪਰਟੀਕੂਲਰ ਪਲੇਸ, ਇੱਕੋ ਪਲੇਸ ਤੇ ਆ, ਠੀਕ ਆ। ਪੁਰਾਣੇ ਆਫਿਸਿਸ ਫਿਕਸਡ ਹੁੰਦੇ ਇੱਕੋ ਪਲੇਸ ਤੇ, ਬਟ ਹੁਣ ਵਾਲੇ ਜਿਹੜੇ ਆਫਿਸਿਸ ਆ ਉਹ ਕੀ ਆ ਬੱਚੇ, ਮੋਬਾਈਲ ਆਫਿਸਿਸ ਆ। ਹੈਂਸ ਦੇयर ਇਜ਼ no need to keep the office stationary, offices can be on the move as per the requirement of the circumstances। ਤੇ ਐਂਡ ਹੁੰਦੇ ਆਫਿਸਿਸ ਕੀ, ਮੋਬਾਈਲ ਆਫਿਸ ਤੁਸੀਂ ਰਾਤ ਦੇ 12 ਵਜੇ ਬਹਿ ਕੇ ਵੀ ਕੰਮ ਕਰ ਲਓ। ਹੁਣ ਜਿੱਦਾਂ ਫੋਰ ਐਗਜ਼ਾਮਪਲ ਤੁਹਾਡਾ ਸਕੂਲ ਹੁਣ ਮੋਬਾਈਲ ਆਫਿਸ ਹੋ ਗਿਆ, ਇਹ ਥੋੜ੍ਹੀ ਆ ਕਿ ਅਸੀਂ ਸਕੂਲ ਜਾ ਕੇ ਪੜ੍ਹਾਉਣਾ। ਹੁਣ ਕੀ ਆ, ਪਹਿਲਾਂ ਕੀ ਸੀ, ਮੋਬਾਈਲ ਆਫਿਸ ਸੀ, ਫਿਕਸਡ ਪਹਿਲਾਂ ਕੀ ਸੀ, ਸੌਰੀ ਫਿਕਸ ਸੀ, ਬਟ ਹੁਣ ਕੀ ਹੋ ਗਿਆ, ਮੋਬਾਈਲ ਕਿੱਦਾਂ ਹੋ ਗਿਆ ਬੱਚੇ, ਦੇਖੋ ਕਿ ਮੈਂ ਰਾਤ ਦੇ 12 ਵਜੇ ਵੀ ਵੀਡੀਓ ਬਣਾ ਕੇ ਤੁਹਾਨੂੰ ਪਾਦਾ YouTube ਤੇ ਪਾਦਾ, ਤੁਸੀਂ ਜਦੋਂ ਮਰਜ਼ੀ ਵੇਖ ਸਕਦੇ ਜੋ। ਇਹ ਥੋੜ੍ਹੀ ਹੈ ਕਿ 8 ਵਜੇ ਤੋਂ ਲੈ ਕੇ ਸਕੂਲ 2 ਵਜੇ ਤੱਕ ਖੁੱਲ੍ਹਾ, ਤੁਸੀਂ ਉਦੋਂ ਪੁੱਛ ਸਕਦੇ ਹੋ। ਹੁਣ ਤੁਸੀਂ ਜਦੋਂ ਮਰਜ਼ੀ ਪੁੱਛੋ, ਦੈਟ ਮੀਨਸ ਹੁਣ ਕੀ ਹੋ ਗਿਆ, ਮੋਬਾਈਲ ਆਫਿਸ ਹੋ ਗਿਆ ਕਿ ਐਟ ਐਨੀ ਟਾਈਮ 24 ਦੇ 24 ਘੰਟੇ ਤੁਸੀਂ ਕੁਝ ਨਾ ਕੁਝ ਕੁਐਸਚਨਿੰਗ ਪੁੱਟ ਕਰ ਸਕਦੇ ਜੋ, ਠੀਕ ਹੈ। ਬਟ ਪਹਿਲਾਂ ਕੀ ਹੁੰਦਾ ਸੀ, ਸਕੂਲ ਦੇ ਵਿੱਚ ਹੀ ਕਰ ਸਕਦੇ ਹੋ। ਮੋਬਾਈਲ ਆਫਿਸਿਸ ਦਾ ਮਤਲਬ ਹੀ ਇਹੀ ਹੈ ਕਿ ਤੁਸੀਂ ਮੋਬਾਈਲ ਤੇ ਬਹਿ ਕੇ ਜਦੋਂ ਆਪਾਂ ਕੰਮ ਕਰਦੇ ਜੋ, ਤੇ ਆਫਿਸ ਫਿਕਸਡ ਨਹੀਂ ਆ, ਨੋਨ ਫਿਕਸਡ ਆ, ਠੀਕ ਹੈ। That's all for today. Thank you, students.